प्रेत बिना हर नाम तो पाउंदे फिरन प्रेत बिना हर नाम तो प्रेत बिना हर नाम तो पाउंदे फिरन 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 प्रेत 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 हाँ जी पाउंदे फिरन प्रेत पाउंदे फिरन प्रेत पाउंदे फिरन प्रेत पाउंदे फिरन प्रेत उच्च पार बेअंत स्वामी कौन जाने गुण तेरे पावत उतरे सुनते भी उतरे बिन से पाप कनेरे पशु प्रेत मुग्ध को तारे पायन पाऊ तारे नानक दास तेरी शरणाई सदा सदा भलियारे सबे इच्छाओं तेरिया मान पूरिया ओ तेरिया पूरिया पूरिया सतनाम जप के वाहिगुरु इच्छाओं तेरिया पूरिया सतनाम जप के वाहिगुरु इच्छाओं तेरिया सतनाम जप के वाहिगुरु इच्छाओं तेरिया पूरिया सतनाम जप के वाहिगुरु इच्छाओं तेरिया पूरिया सतनाम जप के वाहिगुरु इच्छा पूर्ग सर्व सुख दाता हर जाके बस है काम तिन्ना सो ऐसा हर ध्याइए मेरे जीरड़े तां सर्व सुख पावे मेरे मना जप मन सतनाम सदा सतनाम हलत पलत मुख उजल होई है नित ध्याइए हर पुरख निरंजना रहाओ सत्कार जोग गुरु की साजी तिन बाजी हुई साध संगत जी ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਪ੍ਰਮਾਤਮਾ ਦੀਆਂ ਵਡਿਆਈਆਂ ਕਰਨ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੈ। ਇਸ ਕਰਕੇ ਆਓ ਸਤਿਗੁਰ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਬਟ ਭਾਗੀ ਰੂਹਾਂ ਉਸ ਕਲਯੁਗ ਦੀ ਤੱਤੀ ਭੱਠੀ ਦੇ ਵਿੱਚੋਂ ਬਚ ਕੇ ਉਸ ਅੱਗ ਦੇ ਜੰਗਲ ਦੇ ਵਿੱਚ ਬਚ ਕੇ ਨਾਲ ਦੇ ਸਮੁੰਦਰ ਦੇ ਵਿੱਚ ਸ਼ਿਰਸ਼ਾਰ ਹੋਣ ਵਾਸਤੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਲ ਤਾਤੀ ਠੰਡਾ ਹਰਨਾਓ ਕਲਯੁਗ ਤੱਤਾ ਹੈ। ਕਲ ਕਲੇਸ਼ ਦਾ ਨਾਮ ਕਲਯੁਗ ਹੈ। ਕਈ ਥਾਂ ਤੇ ਹੁੰਦਾ ਹੈ, ਕਈ ਥਾਂ ਤੋਂ ਲੋਕ ਕਲਯੁਗ ਦੇ ਵਿੱਚ ਇਸ ਤਰ੍ਹਾਂ ਉਹੀ ਡਿੱਗਣ ਨੂੰ ਫਿਰਦੇ ਨੇ। ਇਸ ਤਰ੍ਹਾਂ ਹੀ ਬਸ ਬਈ ਇਹ ਸੁੱਖ ਦੀ ਚੈਨ ਦੀ ਰੋਟੀ ਕਿਉਂ ਖਾਂਦੇ ਨੇ, ਅੱਗ ਪਾ ਦਈਏ ਇਹਨਾਂ ਦੇ ਵਿੱਚ, ਉਹਨਾਂ ਦਾ ਸੁਭਾਅ ਹੈ। ਮਹਾਰਾਜ ਜੀ ਕਹਿਣ ਲੱਗੇ ਕਲਯੁਗ ਦੀ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਰਾਖਸ਼ ਹੁੰਦੇ ਸੀ, ਅੱਜ ਵੀ ਰਾਖਸ਼ ਤਾਂ ਬਿਰਤੀ ਦੇ ਲੋਕ ਹਨ।
ਜੇ ਕੋਈ ਆਪਣੇ ਘਰ ਬੈਠ ਕੇ ਪਰਮਾਤਮਾ ਦਾ ਨਾਮ ਜਪਦਾ ਤਾਂ ਉਹਨੂੰ ਜਪਣ ਨਹੀਂ ਦਿੱਤਾ ਜਾਂਦਾ। ਇਹ ਕਲਯੁਗ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਜੇ ਕੋਈ ਸ਼ੁਭ ਕਰਮ ਕਰਦਾ ਹੈ ਤਾਂ ਵੀ ਇਹ ਕਲਯੁਗ ਦੀ ਨਿਸ਼ਾਨੀ ਹੈ, ਉਹਨੂੰ ਕਰਨ ਨਹੀਂ ਦਿੰਦੇ ਹੈ। ਜੇ ਤੁਸੀਂ ਬਾਹਰ ਲਾ ਕੇ ਵੀ ਪਰਮਾਤਮਾ ਦਾ ਨਾਮ ਜਪੋਗੇ ਤਾਂ ਵੀ ਕੰਧਾ ਟੱਪ ਟੱਪ ਕੇ ਕਲਯੁਗ ਜਿਹੜਾ ਉਹ ਅੰਦਰ ਆ ਜਾਂਦਾ। ਇਹਨੂੰ ਕਹਿੰਦੇ ਨੇ ਕਲ ਤਾਤੀ ਠੰਡਾ ਹਰਣਾਓ, ਕਿਉਂਕਿ ਉਹ ਮਨਮੁਖ ਲੋਕ, ਨਿੰਦਕ ਲੋਕ ਉਹ ਭਾਲਦੇ ਫਿਰਦੇ ਹਨ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਮਨਮੁਖ ਦੋਖੀ ਨਿੰਦਕਾਂ ਸਤ ਸੰਗ ਨਾ ਭਾਵੈ, ਕਾਗ ਕਪੂਰ ਨਾ ਚੱਖੇ ਦੁਰਗੰਧ ਨਾ ਭਾਵੈ। ਕਹਿੰਦੇ ਕਾਂ ਦੇ ਅੱਗੇ ਤੁਸੀਂ ਕਪੂਰ ਰੱਖ ਦਿਓ ਨਹੀਂ ਖਾਊਗਾ, ਚੂਰੀ ਕੁੱਟ ਕੇ ਰੱਖ ਦਿਓ ਨਹੀਂ ਖਾਊਗਾ, ਵਧੀਆ ਵਧੀਆ ਮਠਿਆਈਆਂ ਲਿਆ ਕੇ ਰੱਖ ਦਿਓ ਨਹੀਂ ਖਾਊਗਾ, ਗੁਲਾਬ ਜਾਮਣ ਨਹੀਂ ਖਾਊਗਾ, ਉਹ ਕੀ ਖਾਊਗਾ? ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ ਕਹਿੰਦੇ ਉਹ ਗੰਦਗੀ ਵੱਲ ਹੀ ਜਾਊਗਾ, ਉਹਨੇ ਗੰਦਗੀ ਵੱਲ ਹੀ ਜਾਣਾ ਹੈ। ਉਹ ਭਾਵੇਂ ਕੋਈ ਮਨੁੱਖ ਦੀ ਗੰਦਗੀ ਖਾਵੇ, ਕਾਂ ਬਿਰਤੀ ਰੂਪ ਜਿਹੜਾ ਮਨੁੱਖ ਹੈ ਉਹ ਮਨੁੱਖ ਦੀ ਜਿਹੜੀ ਹੈ ਉਹ ਗੰਦਗੀ ਖਾਣ ਨੂੰ ਹਰ ਵਕਤ ਤਿਆਰ ਰਹਿੰਦਾ ਹੈ। ਇਸ ਕਰਕੇ ਇਹਦਾ ਨਾਮ ਹੈ ਕਲਯੁਗ। ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਬਈ ਕਿਸੇ ਦੇ ਵੱਸ ਦੀ ਗੱਲ ਹੋਵੇ, ਉਹਨਾਂ ਨੂੰ ਤਾਂ ਬਸ ਇਸ ਤਰ੍ਹਾਂ ਹੀ ਰਹਿੰਦਾ ਵੀ ਹਰ ਵਕਤ ਜੇ ਕਿਸੇ ਦੇ ਬੁਰਾ ਹੋ ਗਿਆ, ਕਈ ਲੋਕ ਮੈਂ ਵੇਖਿਆ ਖੁਸ਼ੀਆਂ ਮਨਾਉਂਦੇ ਨੇ। ਉਹ ਨਹੀਂ, ਖੁਸ਼ੀਆਂ ਨਾ ਮਨਾਓ, ਇਹ ਕੱਲ੍ਹ ਨੂੰ ਤੁਹਾਡੇ ਵੀ ਖੜਾ ਹੈ। ਜੇ ਅੱਜ ਕਿਸੇ ਦੀ ਲੜਕੀ, ਕਿਸੇ ਦੀ ਧੀ ਭੈਣ ਕੋਈ ਗੱਲਬਾਤ ਹੋ ਵੀ ਗਈ ਤਾਂ ਤੁਸੀਂ ਢੋਲ ਨਾ ਪਾਓ ਗਲ ਵਿੱਚ, ਕੱਲ੍ਹ ਨੂੰ ਤੁਹਾਡੀ ਵੀ ਜ਼ੁਬਾਨ ਹੈ, ਕੱਲ੍ਹ ਨੂੰ ਤੁਹਾਡੇ ਨਾਲ ਵੀ ਇਹ ਕੁਝ ਹੋ ਸਕਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਗੁਰੂ ਨਾਨਕ ਦਾ ਘਰ ਤਾਂ ਇੱਕੋ ਇੱਕ ਹੈ, ਮੰਗਦਾ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੁਰੂ ਨਾਨਕ ਦਾ ਘਰ ਹੀ ਐਸਾ ਹੈ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਵੇਂ ਇੱਕੋ ਜੰਗਲ ਨੂੰ ਅੱਗ ਲੱਗ ਗਈ, ਉਹਦੇ ਵਿੱਚ ਜਾਨਵਰ ਨੇਕਾਂ ਹੀ ਭੁੱਜ ਰਹੇ ਨੇ, ਨੇਕਾਂ ਹੀ ਮਰ ਰਹੇ ਨੇ, ਪਰ ਇੱਕ ਉਦਮੀ ਜਾਨਵਰ ਨੇ ਜਿਹੜੇ ਉਹ ਨਾਲ ਇੱਕ ਦਰਿਆ ਚੱਲਦਾ, ਸਮੁੰਦਰ ਚੱਲਦਾ, ਉਹਦੇ ਵਿੱਚ ਬੁੜਕ ਕੇ ਛਾਲਾਂ ਮਾਰਦੇ ਨੇ, ਉਹ ਬਚ ਜਾਂਦੇ ਹਨ। ਕਲਯੁਗ ਦੀ ਤੱਤੇ ਜਿਹੜੀ ਚੱਕੀ ਚੱਲਦੀ ਹੈ, ਮਹਾਰਾਜ ਜੀ ਕਹਿੰਦੇ ਚੱਕੀ ਦੇ ਵਿੱਚ ਦਾਣੇ ਪਾਏ ਜਾਂਦੇ ਨੇ, ਕੱਥੇ ਨਾਲ ਜਿਹੜਾ ਉਹ ਘੁਮਾਇਆ ਜਾਂਦਾ ਹੱਥਾਂ ਫੜ ਕੇ, ਤੇ ਜਿਹੜੇ ਦਾਣੇ ਦੋ ਪੁੜਾਂ ਦੇ ਵਿਚਾਲੇ ਆ ਗਏ ਉਹਨਾਂ ਦਾ ਮੈਦਾ ਬਣ ਜਾਂਦਾ, ਉਹਨਾਂ ਦਾ ਆਟਾ ਬਣ ਜਾਂਦਾ ਹੈ। ਤੇ ਇੱਕ ਉਹ ਦਾਣੇ ਨੇ ਜਿਹੜੇ ਕੀਲੀ ਦੇ ਨਾਲ ਲੱਗੇ ਰਹਿ ਗਏ। ਮਹਾਰਾਜ ਜੀ ਕਹਿੰਦੇ ਧੰਨ ਕਲਯੁਗ ਦੇ ਵਿੱਚ ਜਿਹੜੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਗਏ ਉਹਨਾਂ ਦਾ ਭਲਾ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਅੱਜ ਕਲਯੁਗ ਦਾ ਜਿਹੜਾ ਸਮਾਂ ਹੈ ਬਹੁਤਾ ਭਿਆਨਕ ਚੱਲ ਰਿਹਾ ਹੈ। ਇਹਦੇ ਵਿੱਚੋਂ ਜਿੰਨਾ ਮਰਜ਼ੀ ਜੇ ਤੁਸੀਂ ਆਪ ਬਚ ਜਾਓਗੇ ਤਾਂ ਕਲਯੁਗ ਦੇ ਛਿੱਟੇ ਐਸੇ ਨੇ ਉਹ ਜਿਹੜੇ ਦੂਰ ਤੱਕ ਪੈ ਜਾਂਦੇ ਹਨ। ਇਸ ਕਰਕੇ ਇਹਨੂੰ ਮਹਾਰਾਜ ਜੀ ਨੇ ਕਿਹਾ, ਕਹਿੰਦੇ ਕਲ ਤਾਤੀ ਠੰਡਾ ਹਰਣਾਓ। ਇੱਕੋ ਹੀ ਪੰਕਤੀ ਵਾਧੂ ਹੁੰਦੀ ਹੈ ਜੋ ਉਸ ਦੇ ਉੱਤੇ ਅਮਲ ਕੀਤਾ ਜਾਵੇ। ਬਾਰ-ਬਾਰ ਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਇੱਧਰ ਨੂੰ ਜਾਓਗੇ ਤਾਂ ਵੀ ਕਲਯੁਗ ਹੈ, ਇੱਧਰ ਨੂੰ ਜਾਓਗੇ ਜੇ ਅੰਦਰ ਬੈਠੋਗੇ ਤਾਂ ਵੀ ਕਲਯੁਗ ਆ ਜਾਊਗਾ, ਘੇਰ ਕੇ ਆ ਜਾਊਗਾ। ਪਰ ਇਹ ਕੰਮ ਕਿਹਨਾਂ ਦਾ? ਮਨਮੁਖ ਦੋਖੀ ਨਿੰਦਕਾਂ ਸਤ ਸੰਗ ਨ ਭਾਵੈ। ਮਹਾਰਾਜ ਜੀ ਕਹਿੰਦੇ ਮਨਮੁਖ ਜਿਹੜੇ ਮਨਮੁਖ ਬੰਦੇ ਨੇ ਨਾ, ਉਹਨਾਂ ਦਾ ਇਹ ਕੰਮ ਹੈ। ਉਹਨਾਂ ਨੂੰ ਸਤ ਸੰਗਤ ਗੁਰੂ ਦੀ ਚੰਗੀ ਲੱਗਦੀ, ਕੋਈ ਰੋਟੀ ਖਾਂਦਾ ਚੰਗਾ ਨਹੀਂ ਲੱਗਦਾ, ਉਹਦੇ ਵਿੱਚ ਵੀ ਨੁਕਸ ਕੱਢੀ ਜਾਂਦਾ, ਕਿਉਂਕਿ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਗੰਦਗੀ ਖਾਣੀ ਹੈ, ਹੋਰ ਨਹੀਂ ਕੁਝ ਖਾਣਾ। ਉਹਨਾਂ ਨੂੰ ਗੰਦਗੀ ਬਹੁਤੀ ਪਿਆਰੀ ਲੱਗਦੀ ਹੈ, ਉਹਨਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਚੰਗਾ ਲੱਗਦਾ। ਉਹਨਾਂ ਨੂੰ ਕੀ ਚੰਗਾ ਲੱਗਦਾ? ਜਿਵੇਂ ਇੱਕ ਕਮਲ ਦਾ ਫੁੱਲ ਹੁੰਦਾ, ਕਮਲ ਦਾ, ਉਹ ਸਰੋਵਰ ਦੇ ਵਿੱਚ, ਸਮੁੰਦਰ ਦੇ ਵਿੱਚ ਵੱਡੇ ਵੱਡੇ ਜਿਹੜੇ ਸਮੁੰਦਰ ਨੇ ਉਹਨਾਂ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਹੈ। ਜਿਉਂ-ਜਿਉਂ ਪਾਣੀ ਵਧੀ ਜਾਊਗਾ ਕਮਲ ਦਾ ਫੁੱਲ ਉੱਤੇ ਹੁੰਦਾ ਜਾਊਗਾ, ਤੇ ਉਹਦੀਆਂ ਜੜ੍ਹਾਂ ਦੇ ਵਿੱਚ ਇੱਕ ਰਹਿੰਦਾ ਡੱਡੂ। ਉਹਨੂੰ ਨਹੀਂ ਪਤਾ ਵੀ ਕਮਲ ਦਾ ਫੁੱਲ ਕਿੰਨਾ ਵਧੀਆ ਹੈ। ਦੂਰੋਂ ਭਵਰੇ ਆ ਕੇ ਉਸ ਕਮਲ ਦੇ ਫੁੱਲ ਦੀ ਸੁਗੰਧੀ ਲੈ ਜਾਂਦੇ ਹੈ, ਤੇ ਉਹ ਡੱਡੂ ਜਿਹੜਾ ਕਮਲ ਦੀਆਂ ਜੜ੍ਹਾਂ ਦੇ ਵਿੱਚ ਬੈਠਾ, ਉੱਥੇ ਬੈਠਾ ਗੰਦਗੀ ਖਾਈ ਜਾਂਦਾ। ਉਹਨੂੰ ਨਹੀਂ ਪਤਾ ਲੱਗਦਾ ਬਈ ਇਹ ਕਮਲ ਦਾ ਫੁੱਲ ਕਿੰਨਾ ਸੁੰਦਰ ਹੈ, ਇਹਦੀ ਕਿੰਨੀ ਵਧੀਆ ਕੀਮਤ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਅੱਜ ਦੇ ਸਮੇਂ ਵਿੱਚ ਜਿਹੜਾ ਪਰਮਾਤਮਾ ਦਾ ਨਾਮ ਚੰਗਾ ਚੱਖਣ ਵਾਲਾ ਸੀ, ਮਨੁੱਖ ਉਸ ਤੋਂ ਦੂਰ ਹੋ ਗਿਆ, ਤੇ ਉਹ ਜਿਹੜੀ ਹੈ ਨਿੰਦਿਆ ਰੂਪੀ ਜਿਹੜੀ ਉਹ ਮੈਲ ਖਾਈ ਜਾਂਦਾ ਹੈ। ਫਲਾਣੇ ਇਉਂ ਕਰਦੇ ਨੇ, ਫਲਾਣੇ ਇਉਂ ਕਰਦੇ ਨੇ।
ਮਹਾਰਾਜ ਜੀ ਕਹਿਣ ਲੱਗੇ ਗਠੜੀ ਆਪਣੀ ਸੰਭਾਲ ਤੈਨੂੰ ਚੋਰ ਨਾਲ ਕੀ, ਗਠੜੀ ਆਪਣੀ ਸੰਭਾਲ ਤੈਨੂੰ ਚੋਰ ਨਾਲ ਕੀ, ਕੁੱਤੇ ਭੌਂਕਦੇ ਹਜ਼ਾਰ ਤੈਨੂੰ ਚੋਰ ਨਾਲ ਕੀ। ਮਹਾਰਾਜ ਜੀ ਕਹਿਣ ਲੱਗੇ ਤੂੰ ਆਪਣੇ ਘਰ ਦਾ ਕੰਮ ਠੀਕ ਕਰਕੇ ਰੱਖ ਓਏ ਮਨਾ। ਇਹ ਤਾਂ ਕਲਯੁਗ ਦਾ ਐਸਾ ਭਿਆਨਕ ਸਮਾਂ ਇਹ ਚੱਲਦਾ ਹੀ ਰਹਿੰਦਾ। ਆਓ ਕਲਯੁਗ ਤੋਂ ਬਚਨ ਬਾਤੇ। ਕਲਯੁਗ ਨੇ ਇੰਨਾ ਜ਼ੋਰ ਪਾਇਆ ਗੁਰੂ ਜੀ ਨੂੰ ਤਵੀ ਉੱਤੇ ਬਿਠਾ ਦਿੱਤਾ। ਤੇ ਅੱਜ ਧੰਨ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਗੁਰੂ ਨਾਨਕ ਭੋਗ ਪਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਸਹਿਜ ਪਾਠ ਕੀਤਾ ਗਿਆ। ਸਹਿਜ ਪਾਠ ਭਾਵ ਖੁੱਲੇ ਦਿਨ ਨੇ। ਜੇ ਸਾਡੇ ਕੋਲੇ ਸਮਾਂ ਫਿਰ ਸਹਿਜ ਪਾਠ ਹੁੰਦਾ ਹੈ। ਅਖੰਡ ਪਾਠ ਦੀ ਮਰਜ਼ਾਦਾ ਕਦੋਂ ਚੱਲੀ? ਜਦੋਂ ਸਿੰਘਾਂ ਕੋਲੇ ਸਮਾਂ ਥੋੜਾ ਸੀ, ਮੁੱਠੀ ਭਰ ਸਿੰਘ ਸੀ, ਬਹੁਤ ਘੱਟ ਸਮਾਂ ਸੀ। ਫਿਰ ਉਹਨਾਂ ਨੇ ਨਿਰੰਤਰ 48 ਘੰਟੇ ਬੈਠ ਕੇ ਲਗਾਤਾਰ ਅਖੰਡ ਪਾਠ ਦਾ ਰੂਪ ਧਾਰਨ ਕਰ ਗਿਆ ਉਹ ਪਾਠ। ਤੇ ਮਹਾਰਾਜ ਜੀ ਕਹਿੰਦੇ ਉਹ ਸਮਾਂ ਥੋੜਾ ਸੀ। ਫਿਰ ਜੰਗਾਂ ਯੁੱਧਾਂ ਦੇ ਹੋਣ ਕਰਕੇ ਸਿੰਘ ਇੱਕ ਥਾਂ ਤੇ ਗੁਰਬਾਣੀ ਦਾ ਪਾਠ ਪ੍ਰਾਰੰਭ ਕਰ ਲੈਂਦੇ, ਫਿਰ ਲਗਾਤਾਰ ਦਿਨ ਰਾਤ ਪੜ੍ਹੀ ਜਾਂਦੇ। ਉਹਨੂੰ ਕਹਿੰਦੇ ਅਖੰਡ ਜਾਪ। ਤੇ ਪਹਿਲਾ ਸਹਿਜ ਪਾਠ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਿੱਤਰ ਯਾਦ ਦੇ ਵਿੱਚ ਕੀਤਾ। ਕਿੱਥੇ? ਸ੍ਰੀ ਅਕਾਲ ਤਖਤ ਸਾਹਿਬ ਤੇ। ਅੱਜ ਭੋਗ ਪੈ ਚੁੱਕਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਜਦੋਂ ਬਾਬਾ ਬੁੱਢਾ ਜੀ ਨੇ ਅੰਤਮ ਅਰਦਾਸ ਕੀਤੀ ਤੇ ਕੱਲ ਫਿਰ ਸੁਣਿਆ ਬਾਬਾ ਬੁੱਢਾ ਜੀ ਉਸੇ ਤਰ੍ਹਾਂ ਸੇਲੀ ਟੋਪੀ ਲਿਆ ਕੇ ਹੁਣ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਉਣ ਲੱਗੇ। ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਹੁਣ ਇਹਦੀ ਲੋੜ ਨਹੀਂ, ਲੋਕ ਇਸ ਤਰ੍ਹਾਂ ਨਹੀਂ ਨਾਮ ਜਪਣ ਦਿੰਦੇ। ਹੁਣ ਤਾਂ ਪੰਜ ਚਾਲ ਖਲਪਾੜਾਂ ਵਧੀਆਂ ਘੜਦੀਆਂ ਉਹ ਜਿਹੜੀਆਂ ਗੇਟ ਨਾਲ ਲਾ ਕੇ ਰੱਖੋ। ਜਿਹੜਾ ਵੀ ਕੋਈ ਵੜਦਾ ਹੈ ਬਾਬਾ ਜੀ ਇਸ ਤਰ੍ਹਾਂ ਦੀ ਨੀਤੀ ਧਾਰਨ ਕਰਕੇ ਉਹਦੇ ਸਿਰ ਦੇ ਵਿੱਚ ਮਾਰੋ ਟਕਾ ਕੇ ਨਾਲ ਦੀ ਨਾਲ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਪਿੱਤਰ ਵਚਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਬੋਲ ਨੇ। ਕਹਿੰਦੇ ਮੇਰੇ ਪਿਤਾ ਨੇ ਹੱਥ ਬੰਨੇ ਨਾ ਲੋਟ ਆਇਆ ਦੀਵਾਨ ਚੰਦੂ। ਮੇਰੇ ਪਿਤਾ ਨੇ ਬੜਾ ਕੁਝ ਕਿਹਾ। ਮੇਰੇ ਪਿਤਾ ਨੇ ਆਖਿਆ ਸੰਗਤ ਵੱਡੀ ਹੈ ਦੀਵਾਨ ਚੰਦੂ ਨਾ ਲੋਟ ਆਇਆ। ਬਾਬਾ ਜੀ ਹੁਣ ਤਾਂ ਨਾ ਪਤਾ ਕਿਹੜਾ ਕੰਮ ਕਰਨਾ ਪਊਗਾ। ਉਹ ਵੈਰੀ ਨਾ ਹੁੰਦਾ ਮਿੱਤ ਹੱਥਾਂ ਬਾਝ ਕਰਾਰਿਆਂ ਦੇ। 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 ਹੁੰਦਾ ਮਿੱਤ ਹੱਥਾਂ ਬਾਝ ਕਰਾਰਿਆਂ ਦੇ। ਵੈਰੀ ਨਾ 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 ਹੁੰਦਾ ਮਿੱਤ ਹੱਥਾਂ ਬਾਝ ਕਰਾਰਿਆਂ ਦੇ। ਫੜ ਕੇ ਸਮਾਨ ਮਹਾਰਾਜ ਜੀ ਨੇ ਇੱਕ ਪਾਸੇ ਰੱਖ ਦਿੱਤਾ ਬਾਬਾ ਬੁੱਢਾ ਜੀ ਤੋਂ। ਪਰ ਕਹਿਣ ਲੱਗੇ ਬਾਬਾ ਜੀ ਹੁਣ ਲਿਆਓ ਤਲਵਾਰ। ਫਿਰ ਬਾਬਾ ਬੁੱਢਾ ਜੀ ਨੇ ਤਲਵਾਰ ਲਿਆਂਦੀ। ਮਿਆਨ ਉੱਪਰ ਹੈ, ਗਾਤਰਾ ਪਾਇਆ ਹੋਇਆ ਹੈ। ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਜਾਣ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਅੱਗੇ ਸੀਸ ਨਵਾ ਦਿੱਤਾ। ਸੀਸ, ਕਿਉਂਕਿ ਸੀਸ ਨੀਵਾਂ ਕਰਕੇ ਪਹਿਲਾਂ ਗਲ ਉੱਪਰ ਦੀ ਪਾਵਾਂਗੇ, ਫਿਰ ਬਾਂਹ ਵਿੱਚ ਦੀ ਕਿਰਪਾਨ ਪਾਉਣੀ ਪੈਂਦੀ ਹੈ। ਬਾਬਾ ਬੁੱਢਾ ਜੀ ਨੇ ਨੀਵਾਂ ਸਿਰ ਕਰਤਾ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਅੱਗੇ ਮਹਾਰਾਜ ਜੀ ਨੇ ਕਿਰਪਾਨ ਪਾ ਦਿੱਤੀ। ਪੌਣੀ ਖੱਬੇ ਪਾਸੇ ਸੀ, ਕਿਉਂਕਿ ਜਿਤਨੇ ਵੀ ਅੰਮ੍ਰਿਤਧਾਰੀ ਸਿੱਖ ਆ ਉਹਨਾਂ ਦੇ ਖੱਬੇ ਪਾਸੇ ਕਿਰਪਾਨ ਪਾਈ।
ਸੱਜੇ ਹੱਥ ਨਾਲ ਫਿਰ ਉਹ ਕਿਰਪਾਨ ਜਿਹੜੀ ਸ੍ਰੀ ਸਾਹਿਬ ਨਿਕਲ ਜਾਂਦੀ ਹੈ। ਆਪਣਾ ਬਹੁਤਾ ਸੱਜਾ ਹੱਥ ਕੰਮ ਕਰਦਾ ਹੈ। ਹਰ ਇੱਕ ਮਨੁੱਖ ਦਾ ਜਿਹੜਾ ਸੱਜਾ ਹੱਥ ਕੰਮ ਕਰੂਗਾ, ਕੋਈ ਮਨੁੱਖ ਹੋਊਗਾ ਜਿਹਦਾ ਖੱਬਾ ਹੱਥ ਕੰਮ ਕਰਦਾ ਹੋਊਗਾ, ਖੱਬੇ ਨਾਲ ਰੋਟੀ ਖਾਊਗਾ, ਖੱਬੇ ਹੱਥ ਨਾਲ ਹੀ ਉਹ ਜਿਹੜਾ ਪੱਗ ਬੰਨੂਗਾ, ਹਰ ਇੱਕ ਕੰਮ ਖੱਬੇ ਨਾਲ ਵੱਧ ਕਰੂਗਾ। ਪਰ ਬਹੁਤੇ ਮਨੁੱਖ ਨੇ ਜਿਨ੍ਹਾਂ ਦਾ ਸੱਜਾ ਹੱਥ ਚੱਲਦਾ ਹੈ, ਖੱਬੇ ਪਾਸੇ ਪਾ ਕੇ ਤੇ ਸੱਜੇ ਹੱਥ ਨਾਲ ਸ੍ਰੀ ਸਾਹਿਬ ਨਿਕਲ ਜਾਂਦੀ ਹੈ। ਤੇ ਅੱਜ ਧੰਨ ਬਾਬਾ ਬੁੱਢਾ ਜੀ ਨੇ ਪਾਉਣੀ ਖੱਬੇ ਪਾਸੇ ਸੀ, ਕਿਰਪਾਨ ਪਾਤੀ ਸੱਜੇ ਪਾਸੇ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਹੱਸੇ, ਜਾਣੀ ਜਾਣ ਸੀ, ਪਤਾ ਸਭ ਕੁਝ ਸੀ। ਕਹਿਣ ਲੱਗੇ ਬਾਬਾ ਜੀ ਕਿਰਪਾਨ ਜਿਹੜੀ ਆ ਉਹ ਖੱਬੇ ਪਾਸੇ ਪਾਈ ਜਾਂਦੀ ਹੈ ਸ੍ਰੀ ਸਾਹਿਬ, ਤੇ ਤੁਸੀਂ ਮੇਰੇ ਸੱਜੇ ਪਾਸੇ ਪਾਤੀ, ਤਾਂ ਗਲਤ ਕਰ ਦਿੱਤਾ। ਲਿਆਓ ਪਾਤਸ਼ਾਹ ਮੈਂ ਲਾ ਕੇ ਦੂਜੇ ਪਾਸੇ ਪਾ ਦਿੰਦਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਫਿਰ ਵੱਡਿਆਂ ਦਾ ਸਤਿਕਾਰ ਕੀਤਾ। ਧੰਨ ਬਾਬਾ ਬੁੱਢਾ ਜੀ ਅੱਗੇ ਦੋਨੋਂ ਹੱਥ ਬੰਨ੍ਹ ਕੇ ਕਹਿਣ ਲੱਗੇ, ਜਿਹੜੀ ਵੱਡੇ ਚੀਜ਼ ਬਖਸ਼ਿਸ਼ ਕਰ ਦੇਣ ਉਹ ਫਿਰ ਲਾਉਣੀ ਨਹੀਂ ਚਾਹੀਦੀ। ਤੁਸੀਂ ਵੱਡੇ ਹੋ, ਗੁਰੂ ਨਾਨਕ ਦੇ ਬਖਸ਼ੇ ਹੋਏ ਹੋ, ਜੇ ਤੁਹਾਡੀ ਮੈਂ ਪਾਈ ਹੋਈ ਚੀਜ਼ ਲਾ ਕੇ ਸ੍ਰੀ ਸਾਹਿਬ ਲਾ ਕੇ ਦੂਜੇ ਪਾਸੇ ਪਾਵਾਂ, ਤੁਹਾਡਾ ਇਹਦੇ ਵਿੱਚ ਜਿਹੜਾ ਸਤਿਕਾਰ ਨਹੀਂ ਹੈ, ਤਾਂ ਮੈਂ ਤੁਹਾਡੇ ਸਤਿਕਾਰ ਨੂੰ ਬਰਕਰਾਰ ਰੱਖਣਾ, ਪਹਿਲਾ ਅਰਥ ਇਹਦਾ। ਫਿਰ ਧੰਨ ਬਾਬਾ ਬੁੱਢਾ ਜੀ ਨੂੰ ਕਿਹਾ, ਇੱਕ ਹੋਰ ਲਿਆਓ, ਕਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਘਟ ਹੈ। ਫਿਰ ਇੱਕ ਸ੍ਰੀ ਸਾਹਿਬ ਬਾਬਾ ਬੁੱਢਾ ਜੀ ਭੱਜ ਕੇ ਹੋਰ ਲੈ ਕੇ ਆਏ। ਲਿਆ ਕੇ ਬਾਬਾ ਜੀ ਨੇ ਫਿਰ ਖੱਬੇ ਪਾਸੇ ਪਾ ਦਿੱਤੀ ਦੋ ਤਲਵਾਰਾਂ, ਇੱਕ ਸੱਜੇ ਇੱਕ ਖੱਬੇ। ਗੁਰੂ ਨਾਨਕ ਦੀ ਫਕੀਰੀ ਗੱਦੀ ਪਹਿਲਾਂ 5 ਗੁਰੂਆਂ ਤੱਕ ਸ੍ਰੀ ਸਾਹਿਬ ਨਹੀਂ ਪਾਈ ਹੈ। ਨਾ ਗੁਰੂ ਨਾਨਕ ਨੇ, ਨਾ ਗੁਰੂ ਅੰਗਦ ਸਾਹਿਬ ਮਹਾਰਾਜ, ਨਾ ਗੁਰੂ ਅਮਰਦਾਸ, ਨਾ ਗੁਰੂ ਰਾਮਦਾਸ ਮਹਾਰਾਜ, ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਅੱਜ 6ਵੇਂ ਗੁਰਾਂ ਨੇ 2 ਤਲਵਾਰਾਂ, ਇੱਕ ਸੱਜੇ ਇੱਕ ਖੱਬੇ। ਫਿਰ ਐਲਾਨ ਕਰ ਦਿੱਤਾ, ਅੱਜ ਤੋਂ ਜਿਹੜਾ ਵੀ ਗੁਰੂ ਘਰ ਦੇ ਵਿੱਚ ਆਊਗਾ ਉਹ ਇੱਕ ਤਾਂ ਸ਼ਸਤਰ ਲੈ ਕੇ ਆਵੇ, ਤੇ ਦੂਸਰਾ ਉਹ ਇੱਕ ਆਪਣੇ ਪੁੱਤਰ ਨੂੰ ਭੇਟ ਕਰੇ ਗੁਰੂ ਨਾਨਕ ਦੇ ਘਰ ਦੇ ਵਿੱਚ। ਤੇ ਧੰਨ ਬਾਬਾ ਬੁੱਢਾ ਜੀ ਨੇ 2 ਤਲਵਾਰਾਂ ਪਾ ਦਿੱਤੀਆਂ। ਤੇ ਨੱਥਾ ਤੇ ਅਬਦੁੱਲਾ ਢਾਡੀ 2 ਬੈਠੇ ਸੀ ਕੋਲੇ। ਢਾਡੀ ਪਰੰਪਰਾ ਇੱਥੋਂ ਸ਼ੁਰੂ ਹੋਈ ਹੈ, ਮੈਂ ਕੱਲ ਅਰਜ਼ ਕਰ ਰਿਹਾ ਸੀ। ਉਹਨਾਂ ਨੇ ਫਿਰ ਸਾਰੰਗੀ ਚੱਕੀ, 2 ਢੱਡਾਂ ਲਈਆਂ, ਇੱਕ ਸੱਜੇ ਖੜਾ ਲਿਆ, ਇੱਕ ਖੱਬੇ, ਇੱਕ ਵਿਚਾਲੇ ਸਾਰੰਗੀ ਵਾਲਾ ਬੰਦਾ ਖੜ ਗਿਆ। ਤੇ ਜਾ ਕੇ ਫਿਰ ਉਹਨਾਂ ਨੇ ਅਰਜ਼ ਕਰੀ, ਕਿਰਪਾ ਕਰ ਦਿਓ, ਸਾਡਾ ਕੋਈ ਮਨ ਦਾ ਬਲਬਲਾ ਹੈ, ਅਸੀਂ ਤੁਹਾਨੂੰ ਗਾ ਕੇ ਸੁਣਾ ਦਈਏ। ਮਹਾਰਾਜ ਜੀ ਕਹਿਣ ਲੱਗੇ, ਬੜੀ ਖੁਸ਼ੀ ਹੈ ਇਸ ਗੱਲ ਦੀ। ਤੇ ਫਿਰ ਢਾਡੀ ਤੇ ਉਸ ਢਾਡੀ ਨੱਥੇ ਤੇ ਅਬਦੁੱਲੇ ਨੇ ਇੱਕ ਬਾਰ ਗਾਈ। ਬਾਰ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 22 ਬਾਰਾਂ ਨੇ, 22 ਬਾਰਾਂ ਮਹਾਨ ਨੇ, ਪਰ ਇੱਕੋ ਇੱਕ ਆਸਾ ਜੀ ਦੀ ਵਾਰ ਹੈ, ਤੇ ਜਿਹਦੇ ਵਿੱਚ ਆ ਅੰਮ੍ਰਿਤ ਵੇਲੇ ਆਸਾ ਦੀ ਵਾਰ ਗਾਈ ਜਾਂਦੀ ਹੈ। ਬੜਾ ਮਾਣ ਦਿੱਤਾ ਹੈ। ਫਿਰ ਜਿਹੜੇ 22 ਬਾਰਾਂ ਤੋਂ ਸ਼ਲੋਕ ਉੱਪਰ ਬਚ ਗਏ ਸੀ ਨਾ, ਕੁਝ ਬਚ ਗਏ ਸ਼ਲੋਕ, ਉਹ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੰਪੂਰਨ ਤੌਰ ਤੇ ਜਿਹੜੇ ਸ਼ਲੋਕ ਬਚ ਗਏ ਉਹ ਮਹਾਰਾਜ ਜੀ ਨੇ ਸਮਾਪਤੀ ਵੇਲੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਚਾੜ ਦਿੱਤੇ। ਉਹਨਾਂ ਦਾ ਲਿਖਤਾ ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ। ਇਹ ਜਿਹੜੇ 12 ਵਿੱਚੋਂ ਕੁਝ ਸ਼ਲੋਕ ਬਚ ਗਏ ਨਾ, ਉਹ ਮਹਾਰਾਜ ਜੀ ਨੇ 12 ਦੇ ਵਧੀਕ ਤੇ ਅੱਗੇ ਲਿਖ ਦਿੱਤਾ। ਤੇ ਕਹਿਣ ਤੋਂ ਭਾਵ ਆਸਾ ਜੀ ਦੀ ਵਾਰ ਦਾ ਕੀਰਤਨ ਫਿਰ ਉਹ ਰਾਜਾ ਸਾਰੰਗ ਟੁੰਡੇ ਅਸ ਰਾਜੇ ਕੀ ਧੁਨੀ। ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਰਾਜੇ ਦੇ ਪਰਥਾਏ। ਟੁੰਡਾ ਅਸ ਰਾਜਾ ਸੀ, ਸਾਰੰਗ ਰਾਜੇ ਦਾ ਪੁੱਤਰ ਸੀ। ਤੇ ਇਹ ਵੀ ਇਤਿਹਾਸ ਵੱਡਾ ਹੈ, ਫਿਰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਕਹਿਣ ਤੋਂ ਭਾਵ ਇਹ ਬਾਰ ਫਿਰ ਜਿਹੜੀ ਹੈ ਉਚਾਰਨ ਕਰ ਦਿੱਤੀ ਗੁਰੂ ਨਾਨਕ ਨੇ। ਜਿਸ ਬਾਰ ਦਾ ਰੋਜ਼ਾਨਾ ਕੀਰਤ ਹੁੰਦਾ ਨਾਥੀ ਨਾ ਉਹ ਢਾਡੀ ਨੱਥਾ ਤੇ ਅਬਦੁੱਲਾ, ਫਿਰ ਉਹਨਾਂ ਨੇ ਚੱਕ ਲਈ ਸਾਰੰਗੀ, ਢੱਡ ਚੁੱਕ ਲਈ
ਗੁਰੂ ਜੀ ਦੀ ਉਸਤਤ ਖੜ ਕੇ ਫਿਰੇ ਬਾਹਰ ਗਏ। 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਪੀਰ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਗੁਬਾਹਾ ਕੋਟ ਗੜ ਦਰਵਾਜਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜਿਸ ਤਵੀ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ, ਉਸ ਤਵੀ ਵਿੱਚੋਂ 2 ਤਲਵਾਰਾਂ ਪੈਦਾ ਹੋਈਆਂ। ਉਸ ਤਵੀ ਨੂੰ ਇੰਨੀ ਜਿਹੜੀ ਉਹ ਪਾਣ ਦਿੱਤੀ ਗਈ, ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਿੱਤਰ ਰਤ ਦੀ ਪਾਣ ਆਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਫਿਰ 2 ਤਲਵਾਰਾਂ ਗੁਰੂ ਹਰਗੋਬਿੰਦ ਮਹਾਰਾਜ ਦੇ ਸੱਜੇ ਤੇ ਖੱਬੇ। ਹੁਣ ਦੇਖਿਓ, ਜਿੱਥੇ ਗੁਰੂ ਹਰਗੋਬਿੰਦ ਮਹਾਰਾਜ ਦਾ ਗੁਰਦੁਆਰਾ ਹੋਊਗਾ, ਜਿੱਥੇ ਜਿੱਥੇ ਮੁਬਾਰਕ ਚਰਨ ਪਾਏ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ, ਅੱਜ ਉੱਥੇ 2 ਨਿਸ਼ਾਨ ਨੇ, ਇੱਕ ਮੀਰੀ ਦਾ ਇੱਕ ਪੀਰੀ ਦਾ। ਜਿਹੜਾ ਮੀਰੀ ਦਾ ਹੈ ਉਹ ਨਿਸ਼ਾਨ ਸਾਹਿਬ ਛੋਟਾ ਹੈ, ਜਿਹੜਾ ਪੀਰੀ ਦਾ ਉਹ ਵੱਡਾ ਨਿਸ਼ਾਨ ਸਾਹਿਬ ਹੈ। ਥੋੜਾ ਫਰਕ ਹੀ ਹੈ ਬਸ, ਪਰ 2 ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਵਨ ਪਿੱਤਰ ਸਥਾਨਾਂ ਤੇ ਅੱਜ ਵੀ ਝੂਲਦੇ ਹਨ। ਤੇ ਢਾਡੀ ਨੱਥਾ ਤੇ ਅਬਦੁੱਲਾ ਕਹਿਣ ਲੱਗੇ, ਸੱਚਿਆ ਪਾਤਸ਼ਾਹ ਤੂੰ ਧੰਨ ਹੈ। 2 ਤਲਵਾਰਾਂ ਪਾ ਕੇ ਫਿਰ ਜੇ ਪ੍ਰਚਾਰ ਆਰੰਭ ਕੀਤਾ, ਉਹ ਕੱਲ ਨੂੰ ਸਾਂਝਾ ਕਰਾਂਗੇ। ਆਓ, ਕਈ ਦਿਨਾਂ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਿੱਤਰ ਚਰਨਾਂ ਦੇ ਵਿੱਚ ਇਹ ਜੋਤ ਚੱਲ ਰਹੀ ਸੀ। ਸਰਬੱਤ ਸੰਗਤਾਂ ਨੇ ਬਹੁਤ ਯੋਗਦਾਨ ਪਾਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੱਕ। ਉਦੋਂ ਬਾਅਦ ਭਾਈ ਜਗਸੀਰ ਸਿੰਘ ਜੀ ਰਮਾਣਾ, ਉਹਨਾਂ ਦੇ ਸਮੁੱਚੇ ਪਰਿਵਾਰ ਨੇ ਇਸ ਪਾਵਨ ਪਿੱਤਰ ਜੋਤ ਨੂੰ ਪ੍ਰਚੰਡ ਰੱਖਿਆ ਤੇ ਅੱਜ ਤਕਰੀਬਨ ਜੋ ਸੰਪੂਰਨਤਾ ਹੋਈ ਹੈ ਇਸ ਜੋਤ ਦੀ। ਪਰ ਚਲੋ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਇਹਦੇ ਵਿੱਚ ਸੇਵਾ ਕੀਤੀ ਹੈ। ਭਾਗਾਂ ਵਾਲੀਆਂ ਉਹ ਸੰਗਤਾਂ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਦੇ ਵਿੱਚ ਜੋਤ ਦੀ ਸੇਵਾ ਕੀਤੀ ਹੈ, ਘਿਓ ਪਾਇਆ। ਮਹਾਰਾਜ ਕਿਰਪਾ ਕਰੇ। ਪਰ ਅਜੇ ਜੋ ਸਾਡੇ ਪਰਿਵਾਰ ਵੱਲੋਂ ਸ੍ਰੀ ਜਪਜੀ ਸਾਹਿਬ ਦੇ ਪਾਠ ਚੱਲ ਰਹੇ ਹਨ। ਚਲੋ, ਜਿਵੇਂ ਜਿਵੇਂ ਮਾਲਕ ਦਾ ਹੁਕਮ ਹੈ, ਇਹ ਜੋਤ ਇਸੇ ਤਰ੍ਹਾਂ ਹੀ ਅੱਗੇ ਵੀ ਸਤਿਗੁਰ ਦੀ ਅਪਾਰ ਕਿਰਪਾ ਦਾ ਸਦਕਾ ਚੱਲਦੀ ਰਹੇਗੀ। ਸੁਬਹ ਅੰਮ੍ਰਿਤ ਵੇਲੇ ਜਿੰਨਾ ਚਿਰ ਪਾਠ ਕਰਨਾ ਹੈ, ਉਹਨਾਂ ਚਿਰ ਕੋਈ ਵੀ ਸ਼ਰਧਾਵਾਨ ਹੋਵੇ। ਚਲੋ, ਬਹੁਤ ਨੇ ਸੇਵਾ ਕੀਤੀ ਹੈ, ਮੈਂ ਨਹੀਂ ਕਹਿੰਦਾ ਹੈ, ਸਭ ਸੰਗਤਾਂ ਨੇ ਭਾਵਨਾ ਅਨੁਸਾਰ ਇਸ ਜੋਤ ਦੀ ਸੇਵਾ ਕੀਤੀ ਹੈ। ਪਰ ਉਹਨਾਂ ਦੇ ਪਰਿਵਾਰ ਵੱਲੋਂ ਵਾਹ ਅੱਜ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰਨੀ ਹੈ। ਮਹਾਰਾਜ ਕਿਰਪਾ ਕਰੇ, ਚੜ੍ਹਦੀ ਕਲਾ ਵੱਲ ਜੀਵਨ ਬਖਸ਼ਿਸ਼ ਕਰੇ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ। ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਥਿਤੀ ਮਨ ਵਧੀਆਂ ਵਧਾਈਆਂ, ਸਾਗਰ ਤਨ ਪਰਵਾਰ ਬਣੀਆਂ, ਸ਼ਬਦ ਗਾ ਬਣੀਆਂ। ਗੋਤਾ ਗਾਵੋ ਹਰੀ ਜੀਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰੋਵਰ ਨਾਲੀ, ਨਾਲ ਰੋ ਤੁਮ ਨੇ ਮੇਰੇ ਦੁੱਖ ਸਭ ਵਿਸਾਰਨਾ। ਕੀ ਕਰੋ ਕਰੇ ਤੇਰਾ ਕਾਲ ਸਭ ਸਵਾਰਨਾ। ਸਭ ਨਾਂਗਲਾ ਸਿਮਰਤ ਸੁਆਮੀ ਸੋ ਕਮਨ ਵਿਸਾਰੇ। ਮਨ ਮੇਰੇ ਸਦਾ ਰੋਵਰ ਨਾਲੀ, ਸੱਚ ਸਹਿਬਾਨ ਕਿਆ ਨਹੀਂ ਕਰਤੇ ਰਹਿ। ਜਿਦੇ ਸੋ ਪਾਵਈ, ਆਪ ਸਿੱਧ ਸਲਾਹ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਬੀਰ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਪਰ ਸ਼ਾਂਤ ਸੁਖ ਮਨਿ ਆਇ ਵਸਿਆ ਜਨੀਚਾਂ ਸਭ ਪੁਜਾਈਆਂ। ਭਗਵਾਨ ਗੀਤਾ ਗੁਰ ਵਿਟੋ ਜਿਨਕੀਆਂ ਵਡਿਆਈਆਂ। ਕਹਿ ਨਾਨਕ ਸੁਣ ਸੰਤੋਖ ਕਰੋ ਪਿਆਰੋ। ਦਸਾ ਨਾਮ ਮੇਰਾ ਆਧਾਰੋ ਰੋਗਤੀ ਮੰਤ ਸਭ ਤਿਤ ਕਰ ਸੁਭਾਗੈ। ਅਜ ਬਕ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ। ਅਜ ਤੁਰ ਬਸ ਜਿਤੇ ਕਾਲ ਕੰਟਕ ਮਾਰੇ। ਤਬ ਕਰਮ ਪਾਇਆ ਤੁਜਨ ਕੋ ਸੇ ਨਾਮ ਮਰ ਕੇ ਲਾਗੇ। ਹੈ ਨਾਨਕ ਜੈਸ ਕੋ ਹੋਆ ਤਿਤ ਕਰ ਅਨਹਦ ਵਾਦੀ। ਨਾਮ ਸੁਨਾ ਬੜਵਾ ਕੀਓ ਸਗਲ ਨੋਰਤ ਪੂਰੇ। ਬ੍ਰਹਮ ਪਾਇਆ ਉਤਰੇ ਸਗਲ ਗੋਰੇ। ਗੁਰੂ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ। ਰਾਜਨ ਪਏ ਦਰਤੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨਿਤ ਕਾ ਦੇਵ ਸਤਿਗੁਰੇ ਆ ਭਰਪੂਰੇ। ਨਾਮ ਗੁਰ ਜਨ ਲਾਗੇ ਵਾਜੇ ਅਨਹਦ ਪੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।